Hello students, I am Vishal Goyal, Assistant Professor, Department of Computer Science from Shri Lal Bahadur Shastri, Arya Mahila College, Barnala. Types of system software ਦਾ ਅੱਜ ਆਪਣਾ ਨੈਕਸਟ ਲੈਕਚਰ ਹੈ। ਫਸਟ ਲੈਕਚਰ 'ਚ ਦੇਖਿਆ ਸੀ ਕਿ ਸਿਸਟਮ ਸੌਫਟਵੇਅਰ ਦੀਆਂ ਟਾਈਪਸ ਜਿਨ੍ਹਾਂ ਚੋਂ ਕੰਪਾਈਲਰ, ਇੰਟਰਪ੍ਰੇਟਰ ਐਂਡ ਅਸੈਂਬਲਰ ਬਾਰੇ ਦੇਖਿਆ ਸੀ ਆਪਾਂ। ਸੋ ਅੱਜ ਇਸ ਲੈਕਚਰ 'ਚ ਆਪਾਂ ਨੈਕਸਟ ਟਾਈਪਸ ਦੇਖਾਂਗੇ ਸਿਸਟਮ ਸੌਫਟਵੇਅਰ ਦੀਆਂ। ਸੋ ਨੈਕਸਟ ਟਾਈਪ ਹੈ ਮੈਕਰੋ ਪ੍ਰੋਸੈਸਰ। ਮੈਕਰੋ ਪ੍ਰੋਸੈਸਰ ਨੂੰ ਦੇਖਣ ਲਈ ਪਹਿਲਾਂ ਆਪਾਂ ਦੇਖਦੇ ਹਾਂ ਕਿ ਮੈਕਰੋ ਕੀ ਹੁੰਦਾ ਹੈ। ਸੋ ਇੱਥੇ ਆਪਣੇ ਕੋਲ ਇੱਕ ਸਿੰਪਲ ਪ੍ਰੋਗਰਾਮ ਹੈ ਸੀ ਲੈਂਗੁਏਜ 'ਚ ਲਿਖਿਆ ਹੋਇਆ ਜਿਹੜਾ ਜਿਸ 'ਚ ਆਪਾਂ ਇੱਕ ਮੈਕਰੋ ਡਿਫਾਈਨ ਕੀਤਾ ਹੋਇਆ ਜੋ ਰੈੱਡ ਲਾਈਨ ਦੇ ਵਿੱਚ ਲਾਈਨ ਲਿਖੀ ਗਈ ਹੈ ਉਹਨੂੰ ਆਪਾਂ ਕੀ ਬੋਲਦੇ ਹਾਂ ਮੈਕਰੋ ਡੈਫੀਨੇਸ਼ਨ। ਸੋ ਇੱਥੇ ਮੈਕਰੋ ਡੈਫੀਨੇਸ਼ਨ ਕੀ ਕਹਿ ਰਹੀ ਹੈ ਕਿ ਜਿੱਥੇ ਵੀ ਆਪਾਂ ਨੂੰ ਸਰਕਲ ਏਰੀਆ ਆਰ ਇੱਦਾਂ ਦਾ ਕੋਈ ਸਿੰਟੈਕਸ ਦਿਖੇਗਾ ਤਾਂ ਉਹਨੂੰ ਆਪਾਂ ਕਿਸ 'ਚ ਕਨਵਰਟ ਕਰਨਾ ਹੈ 3.14 ਇੰਟੂ ਆਰ ਯਾਨੀ ਕਿ ਸਰਕਲ ਦਾ ਏਰੀਆ ਆਪਾਂ ਨੇ ਡਿਫਾਈਨ ਕੀਤਾ ਇੱਥੇ ਇੱਕ ਤਰ੍ਹਾਂ ਦਾ ਇਹ ਫੰਕਸ਼ਨ ਹੋ ਗਿਆ ਬਟ ਇਹਨੂੰ ਆਪਾਂ ਇੱਥੇ ਫੰਕਸ਼ਨ ਨਹੀਂ ਕਵਾਂਗੇ, ਇਹਨੂੰ ਇੱਥੇ ਕੀ ਕਵਾਂਗੇ ਮੈਕਰੋ। तो ये तो हो गया मैक्रो डिफाइन करना। नैक्सट जो नीचे थर्ड लास्ट लाइन के जो सर्कल एरिया रेडियस लिखा गया वो की है मैक्रो कॉल। जिदा आप फंक्शन को डिफाइन करते हैं तो फंक्शन को कॉल करते हैं तो उसी तरीके मैक्रो को डिफाइन करके मैक्रो को भी कॉल किया जाता है। इत्थे मैक्रो कॉल की है सर्कल एरिया रेडियस। तो हुण एचओ मैक्रो प्रोसैसर ने की करना है जिथे जिथे उन्होंने सर्कल एरिया आर इदा का कोई सिंटैक्स मिलेगा ਉਹਨੂੰ ਉਹ ਕਿਹਦੇ ਨਾਲ ਕਨਵਰਟ ਕਰ ਦੇਗਾ 3.14 ਇੰਟੂ ਆਰ ਦੇ ਨਾਲ। ਸੋ ਇੱਥੇ ਜਿਹੜਾ ਸਰਕਲ ਏਰੀਆ ਰੇਡੀਅਸ ਗ੍ਰੀਨ ਕਲਰ ਦੇ ਵਿੱਚ ਜੋ ਸ਼ੋ ਹੋ ਰਿਹਾ ਹੈ ਉਹ ਕਿਹਦੇ ਵਿੱਚ ਕਨਵਰਟ ਹੋ ਜਾਏਗਾ 3.14 ਇੰਟੂ ਰੇਡੀਅਸ। ਸੋ ਮੈਕਰੋ ਪ੍ਰੋਸੈਸਰ ਨੇ ਕੀ ਕਰਨਾ ਹੈ ਮੈਕਰੋ ਪ੍ਰੋਸੈਸਰ ਇਜ਼ ਏ ਸਿਸਟਮ software that replaces the macro instruction with the corresponding group of source language statement that a macro represents। ਤਾਂ ਮਤਲਬ ਕੀ ਹੈ ਮੈਕਰੋ ਪ੍ਰੋਸੈਸਰ ਨੇ ਕੀ ਕਰਨਾ ਹੈ ਜਿੱਥੇ ਜਿੱਥੇ ਆਪਾਂ ਨੇ ਮੈਕਰੋ ਇੰਸਟਰਕਸ਼ਨਸ ਲਿਖੀਆਂ ਨੇ ਜਿੱਥੇ ਜਿੱਥੇ ਉਹ ਮੈਕਰੋ ਨੂੰ ਕਾਲ ਕੀਤਾ ਗਿਆ ਹੈ ਉਹਨੂੰ ਉਹ ਰਿਪਲੇਸ ਕਰ ਦੂਗਾ ਉਹਦੇ ਕੋਰਸਪੋਂਡਿੰਗ ਕੋਡ ਦੇ ਨਾਲ। ਜਿੱਦਾਂ ਆਪਾਂ ਐਗਜ਼ਾਮਪਲ 'ਚ ਦੇਖਿਆ ਕਿ ਜਿੱਥੇ ਜਿੱਥੇ ਗ੍ਰੀਨ ਲਾਈਨ ਵਾਲਾ ਉਹ ਕੋਡ ਹੈ ਉਹਨੂੰ ਉਹ ਕਿਹਦੇ ਨਾਲ ਕਨਵਰਟ ਕਰ ਦੇਗਾ ਜੋ ਰੈੱਡ ਲਾਈਨ ਵਾਲਾ ਮੈਕਰੋ ਡਿਫਾਈਨ ਕੀਤਾ ਸੀ ਉਹਦੇ ਨਾਲ ਕਨਵਰਟ ਕਰ ਦੇਗਾ। So macro instruction is a single line abbreviation for a group of statements। So ਇਹ ਕੀ ਹੈ ਕਿ ਆਪਾਂ group of statements ਨੂੰ ਇੱਕ ਸਿੰਗਲ ਲਾਈਨ ਦੇ ਵਿੱਚ ਕਨਵਰਟ ਕਰ ਲਿਆ ਪਹਿਲਾਂ ਤੇ ਉਹਨੂੰ ਜਿੱਥੇ ਜਿੱਥੇ ਲੋੜ ਹੈ ਆਪਾਂ ਉਹਨੂੰ ਕਾਲ ਕਰ ਸਕਦੇ ਹਾਂ। ਸੋ ਇੱਕ ਤਰ੍ਹਾਂ ਦੀ ਇਹ ਸਿੰਗਲ ਲਾਈਨ ਐਬਰੀਵੇਸ਼ਨ ਹੋ ਗਈ of group of statements। So the use of macro processor arises when a source program contains a set of statements repeatedly। Basically macro processor ਉੱਥੇ ਯੂਜ਼ ਹੁੰਦਾ ਹੈ ਜਿੱਥੇ ਆਪਾਂ ਨੂੰ ਸੇਮ ਤਰ੍ਹਾਂ ਦੀ ਇੰਸਟਰਕਸ਼ਨਸ ਬਾਰ-ਬਾਰ ਆਪਾਂ ਨੂੰ ਜ਼ਰੂਰਤ ਪੈ ਰਹੀ ਹੋਵੇ ਪ੍ਰੋਗਰਾਮ 'ਚ ਤਾਂ ਉੱਥੇ ਆਪਾਂ ਉਹਨਾਂ ਨੂੰ ਬਾਰ-ਬਾਰ ਲਿਖਣ ਦੀ ਬਜਾਏ ਉਹਨਾਂ ਨੂੰ ਇੱਕ ਜਗ੍ਹਾ 'ਤੇ ਡਿਫਾਈਨ ਕਰ ਦਾਂਗੇ ਯਾਨੀ ਕਿ ਉਹਨਾਂ ਦਾ ਇੱਕ ਮੈਕਰੋ ਡਿਫਾਈਨ ਕਰ ਦਾਂਗੇ ਤੇ ਜਿੱਥੇ ਜਿੱਥੇ ਉਹ ਸਟੇਟਮੈਂਟਸ ਦੀ ਲੋੜ ਹੈ ਉਹਨੂੰ ਉਹ ਮੈਕਰੋ ਦੇ ਨਾਮ ਦੇ ਨਾਲ ਕਾਲ ਕਰਾਂਗੇ। ਸੋ ਇਨ ਦਿਸ ਵੇ ਰਾਦਰ ਦੈਨ ਰਿਪੀਟਿੰਗ ਥੀਸ ਸਟੇਟਮੈਂਟਸ ਅਗੇਨ ਐਂਡ ਅਗੇਨ ਅ ਯੂਜ਼ਰ ਕੈਨ ਡਿਫਾਈਨ ਅ ਮੈਕਰੋ ਟੂ ਰਿਪਰੈਜ਼ੈਂਟ ਥੀਸ ਸਟੇਟਮੈਂਟਸ। ਸੋ ਆਪਾਂ ਨੂੰ ਬਾਰ-ਬਾਰ ਲਿਖਣ ਦੀ ਲੋੜ ਨਹੀਂ ਹੈ ਉਹ ਸਟੇਟਮੈਂਟਸ ਆਪਾਂ ਜਸਟ ਉਹਨਾਂ ਦਾ ਇੱਕ ਮੈਕਰੋ ਡਿਫਾਈਨ ਕਰਾਂਗੇ ਤੇ ਫਿਰ ਉਹ ਮੈਕਰੋ ਨੂੰ ਜਸਟ ਕਾਲ ਕਰਾਂਗੇ। So thus the function of macroprocessor is to substitute one group of statements for another at the time of compiling or assembling the program। So basically macroprocessor ਕਦੋਂ ਕੰਮ ਕਰਦਾ ਹੈ ਜਦੋਂ ਆਪਾਂ ਪ੍ਰੋਗਰਾਮ ਨੂੰ ਕੰਪਾਈਲ ਕਰਦੇ ਹਾਂ। ਸੋ ਉਸ ਟਾਈਮ ਤੇ ਉਹਨੇ ਕੀ ਕਰਨਾ ਹੈ ਜਿੱਥੇ ਜਿੱਥੇ ਮੈਕਰੋ ਨੂੰ ਕਾਲ ਕੀਤਾ ਗਿਆ ਹੈ ਉੱਥੇ ਉਹਨੇ ਸਬਸਟੀਟਿਊਟ ਕਰ ਦੇਣਾ ਹੈ ਉਹਦੇ ਕੋਰਸਪੋਂਡਿੰਗ ਸਟੇਟਮੈਂਟਸ ਦੇ ਨਾਲ। Macroprocessor is viewed as an extension to basic assembler algorithm। ਸੋ ਇੱਕ ਤਰ੍ਹਾਂ ਦਾ ਹੀ ਐਕਸਟੈਂਸ਼ਨ ਹੋ ਗਈ। तो ये मैक्रो प्रोसैसर एक्सेप्ट्स एन असैम्बली प्रोग्राम या कोई भी प्रोग्राम हो सकता है कंटेनिंग मैक्रो डेफिनेशन यानी कि मैक्रो प्रोसैसर ਨੂੰ ਆਪਾਂ ਇਨਪੁਟ ਕੀ ਦੇਵਾਂਗੇ ਇੱਕ ਪ੍ਰੋਗਰਾਮ ਜਿਹਦੇ ਵਿੱਚ ਮੈਕਰੋ ਡੈਫੀਨੇਸ਼ਨ ਐਂਡ ਕਾਲਸ ਹੋਣਗੀਆਂ ਯਾਨੀ ਕਿ ਜਿਵੇਂ ਆਪਾਂ ਹੁਣੀ ਐਗਜ਼ਾਮਪਲ 'ਚ ਦੇਖਿਆ ਸੀ ਉਹਦੇ ਵਿੱਚ ਰੈੱਡ ਲਾਈਨ ਹੈ ਜਿਹੜੀ ਉਹ ਕੀ ਹੈ ਮੈਕਰੋ ਡੈਫੀਨੇਸ਼ਨ ਤੇ ਜੋ ਗ੍ਰੀਨ ਲਾਈਨ 'ਚ ਲਿਖਿਆ ਗਿਆ ਉਹ ਕੀ ਹੈ ਮੈਕਰੋ ਕਾਲ। ਸੋ ਇਨਪੁਟ ਕੀ ਹੋਏਗੀ ਪ੍ਰੋਗਰਾਮ ਕੰਟੇਨਿੰਗ ਮੈਕਰੋ ਡੈਫੀਨੇਸ਼ਨ ਐਂਡ ਕਾਲਸ and translate it into an assembly program या कोई भी normal program which doesn't contain any macro definition or calls। so ਜਿਹੜਾ मैक्रो processor ਦਾ ਕੰਮ ਹੈ ਉਹਨੇ ਕੀ ਕਰਨਾ ਉਹ मैक्रो definition ਤੇ calls ਨੂੰ ਹਟਾ ਕੇ ਉਹਦੇ correspondingly ਜਿਹੜੀਆਂ statements ਨੇ ਉਹਨੂੰ substitute ਕਰ ਦੇਣਾ। ਸੋ ਜਿਹੜਾ ਇਹਦੀ ਆਊਟਪੁੱਟ ਹੋਏਗੀ ਉਹਦੇ ਵਿੱਚ ਕੋਈ ਵੀ मैक्रो definition ਤੇ call ਨਹੀਂ ਹੋਏਗੀ। ਇਸੇ ਤਰੀਕੇ ਨਾਲ ਡਾਇਗਰਾਮ ਦੇ ਵਿੱਚ ਵੀ ਹੈ ਸੋਰਸ ਪ੍ਰੋਗਰਾਮ ਦੇ ਵਿੱਚ ਦੇਖੋ ਕੀ ਹੈ ਯਾਨੀ ਕਿ ਇਨਪੁਟ ਦੇ ਵਿੱਚ ਕੀ ਹੈ ਪ੍ਰੋਗਰਾਮ ਵਿਦ ਮੈਕਰੋ ਡੈਫੀਨੇਸ਼ਨਸ ਐਂਡ ਕਾਲਸ यानी कि मैक्रो प्रोसैसर ਨੂੰ ਆਪਾਂ ਕੀ ਦੇ ਰਹੇ ਹਾਂ ਇੱਕ ਪ੍ਰੋਗਰਾਮ ਜਿਹਦੇ ਵਿੱਚ ਮੈਕਰੋ ਡੈਫੀਨੇਸ਼ਨ ਵੀ ਨੇ ਤੇ ਕਾਲਸ ਵੀ ਨੇ
ਉਸ ਤੋਂ ਬਾਅਦ ਮੈਕਰੋ ਪ੍ਰੋਸੈਸਰ ਨੇ ਉਹਨੂੰ ਕੰਪਾਈਲ ਕਰਕੇ ਆਪਾਂ ਨੂੰ ਕੀ ਟਾਰਗੇਟ ਪ੍ਰੋਗਰਾਮ ਆ ਰਹੇ ਆਪਣੇ ਕੋਲ, ਮਸ਼ੀਨ ਲੈਂਗੁਏਜ ਪ੍ਰੋਗਰਾਮ, ਜਿਹਦੇ ਵਿੱਚ ਕੋਈ ਵੀ ਮੈਕਰੋ ਡੈਫੀਨੇਸ਼ਨ ਤੇ ਕਾਲਸ ਨਹੀਂ ਹੋਣਗੀਆਂ। ਸੋ ਨੈਕਸਟ ਟਾਈਪ ਹੈ ਲਿੰਕਰ। ਲਿੰਕਰ ਦਾ ਕੰਮ ਕੀ ਹੋਏਗਾ, ਹੁਣ ਆਪਣੇ ਪ੍ਰੋਗਰਾਮ ਦੇ ਵਿੱਚ ਹੋ ਸਕਦਾ ਕਿ ਆਪਾਂ ਪ੍ਰੋਗਰਾਮ ਨੂੰ ਕਾਫੀ ਸਾਰੇ ਮੋਡਿਊਲਸ ਦੇ ਵਿੱਚ ਡਿਵਾਈਡ ਕਰਕੇ ਬਣਾਇਆ, ਇੱਕ ਪ੍ਰੋਜੈਕਟ ਹੈ ਸਪੋਜ਼ ਕਰੋ, ਉਹਦੇ ਵਿੱਚ ਆਪਾਂ ਡਿਫਰੈਂਟ ਮੋਡਿਊਲਸ ਡਿਸਾਈਡ ਕੀਤੇ ਤੇ ਉਹ ਮੋਡਿਊਲਸ ਨੂੰ ਆਪਾਂ ਨੇ ਡਿਫਰੈਂਟਲੀ ਕੰਪਾਈਲ ਕੀਤਾ। ਸੋ ਉਹ ਲਿੰਕਰ ਨੇ ਕੀ ਕਰਨਾ ਹੈ, ਜਿਹੜੇ ਉਹ ਡਿਫਰੈਂਟ ਮੋਡਿਊਲਸ ਨੇ ਉਹਨਾਂ ਸਾਰਿਆਂ ਨੂੰ ਇੱਕ ਸਿੰਗਲ ਯੂਨਿਟ ਦੇ ਵਿੱਚ ਲਿੰਕ ਕਰਨਾ ਹੈ ਤੇ ਆਪਣੇ ਕੋਲ ਕੀ ਆਏਗਾ, ਐਗਜ਼ੀਕਿਊਟੇਬਲ ਮੋਡਿਊਲ। ਯਾਨੀ ਕਿ ਲਿੰਕਰ ਨੇ ਉਹ ਸਾਰੇ ਆਬਜੈਕਟ ਮੋਡਿਊਲਸ ਨੂੰ ਕੰਬਾਈਨ ਕਰਨਾ ਹੈ ਤੇ ਆਪਣੇ ਕੋਲ ਇੱਕ ਸਿੰਗਲ ਮੋਡਿਊਲ ਬਣ ਕੇ ਆ ਜਾਏਗਾ ਜਿਹਨੂੰ ਆਪਾਂ ਬੋਲਾਂਗੇ ਐਗਜ਼ੀਕਿਊਟੇਬਲ ਮੋਡਿਊਲ। ਸੋ ਲਿੰਕਰ ਨੇ ਬੇਸਿਕਲੀ ਉਹ ਸਾਰੇ ਆਬਜੈਕਟਸ ਨੂੰ ਇੱਕ ਦੂਸਰੇ ਨਾਲ ਲਿੰਕ ਕਰਨਾ ਹੈ, ਕੰਬਾਈਨ ਕਰਨਾ ਹੈ। Linker is a system software that combines or links the various object modules in order to create the executable form of the program. Linker ਕੀ ਹੈ, ਇੱਕ ਸਿਸਟਮ ਸੌਫਟਵੇਅਰ ਹੈ ਜਿਹੜਾ ਕਿ ਅਲੱਗ-ਅਲੱਗ ਮੋਡਿਊਲਸ ਨੂੰ ਕੰਬਾਈਨ ਕਰਦਾ ਹੈ ਜਾਂ ਲਿੰਕ ਕਰਦਾ ਹੈ in order to create the executable form of the program, ਤਾਂ ਕਿ ਆਪਣੇ ਕੋਲ ਪ੍ਰੋਗਰਾਮ ਦੀ ਇੱਕ ਐਗਜ਼ੀਕਿਊਟੇਬਲ ਫਾਰਮ ਤਿਆਰ ਹੋ ਸਕੇ ਜਿਹਨੂੰ ਆਪਾਂ ਡਾਇਰੈਕਟਲੀ ਰਨ ਕਰ ਸਕਦੇ ਹਾਂ। The two main functions of a linker are to resolve external references and to perform relocation. ਬੇਸਿਕਲੀ ਲਿੰਕਰ ਦੇ ਦੋ ਕੰਮ ਨੇ, ਇੱਕ ਤਾਂ ਐਕਸਟਰਨਲ ਰੈਫਰੈਂਸ ਨੂੰ ਰਿਜ਼ੋਲਵ ਕਰਨਾ ਤੇ ਦੂਸਰਾ ਰੀਲੋਕੇਸ਼ਨ। ਐਕਸਟਰਨਲ ਰੈਫਰੈਂਸ ਦਾ ਕੀ ਮੀਨਿੰਗ ਹੈ, ਹੁਣ ਸਪੋਜ਼ ਕਰੋ ਆਬਜੈਕਟ 1 ਹੈ, ਆਪਣੇ ਕੋਲ ਆਬਜੈਕਟ 2 ਹੈ, ਆਬਜੈਕਟ ਮੋਡਿਊਲ 3 ਹੈ, ਅਲੱਗ-ਅਲੱਗ ਆਬਜੈਕਟ ਮੋਡਿਊਲਸ ਨੇ ਤੇ ਇੱਕ ਮੋਡਿਊਲ ਦੇ ਵਿੱਚ ਆਪਾਂ ਨੇ ਕੋਈ ਵੇਰੀਏਬਲ ਯੂਜ਼ ਕੀਤਾ ਹੋਇਆ ਸਪੋਜ਼ ਕਰੋ x, ਤੇ ਉਹ x ਨੂੰ ਡਿਫਾਈਨ ਕਿੱਥੇ ਕੀਤਾ ਹੋਇਆ ਆਪਾਂ ਨੇ, ਕਿਸੇ ਮੋਡਿਊਲ 3 4 ਜਾਂ ਕਿਸੇ ਵੀ ਦੂਸਰੇ ਮੋਡਿਊਲ ਦੇ ਵਿੱਚ। ਤਾਂ ਉੱਥੇ x ਆਬਜੈਕਟ ਮੋਡਿਊਲ 1 ਦੇ ਵਿੱਚ ਜਿਹੜਾ x ਯੂਜ਼ ਹੋ ਰਿਹਾ ਹੈ ਉਹਨੂੰ ਨਹੀਂ ਪਤਾ ਕਿ ਉਹ x ਦਾ ਮੀਨਿੰਗ ਕੀ ਹੈ, ਉਹ x ਕਿਵੇਂ ਡਿਫਾਈਨ ਕੀਤਾ ਗਿਆ, ਉਹਦੀ ਡਾਟਾ ਟਾਈਪ ਕੀ ਹੈ, ਉਹਦੀ ਮੈਮਰੀ ਕੀ ਹੈ। ਤਾਂ ਉੱਥੇ ਉਹ x ਕੀ ਮੰਨਿਆ ਜਾਏਗਾ, ਐਕਸਟਰਨਲ ਰੈਫਰੈਂਸ। ਯਾਨੀ ਕਿ ਜਿਹੜੇ ਵੀ ਮੋਡਿਊਲ ਦੇ ਵਿੱਚ ਆਪਾਂ ਕੋਈ ਵੇਰੀਏਬਲ ਜਾਂ ਕੋਈ ਵੀ ਐਂਟੀਟੀ ਨੂੰ ਆਪਾਂ ਰੈਫਰ ਕਰ ਰਹੇ ਹਾਂ, ਬਟ ਉਹ ਐਂਟੀਟੀ ਹੈ ਜਿਹੜਾ ਉਹ ਵੇਰੀਏਬਲ ਹੈ ਉਹ ਡਿਫਾਈਨ ਕੀਤਾ ਗਿਆ ਕਿਸੇ ਹੋਰ ਮੋਡਿਊਲ ਦੇ ਵਿੱਚ, ਤਾਂ ਉਹਨੂੰ ਆਪਾਂ ਬੋਲਦੇ ਹਾਂ ਐਕਸਟਰਨਲ ਰੈਫਰੈਂਸ। ਸੋ ਲਿੰਕਰ ਨੇ ਇੱਕ ਤਾਂ ਐਕਸਟਰਨਲ ਰੈਫਰੈਂਸ ਨੂੰ ਰਿਜ਼ੋਲਵ ਕਰਨਾ ਹੈ ਤੇ ਦੂਸਰਾ ਉਹਨੇ ਰੀਲੋਕੇਸ਼ਨ ਕਰਨੀ ਹੈ, ਕਿਉਂਕਿ ਜਿੰਨੇ ਵੀ ਮੋਡਿਊਲ ਨੇ ਉਹ ਅਲੱਗ-ਅਲੱਗ ਆਪਣੇ ਇੰਡੀਪੈਂਡੈਂਟਲੀ ਕੰਪਾਈਲ ਹੋਏ ਨੇ ਤੇ ਉਹਨਾਂ ਨੂੰ ਜਦੋਂ ਆਪਾਂ ਲਿੰਕ ਕਰਨਾ ਹੈ ਤਾਂ ਰੀਲੋਕੇਸ਼ਨ ਜ਼ਰੂਰੀ ਹੈ, ਜਿਹਨੂੰ ਆਪਾਂ ਅੱਗੇ ਡਿਟੇਲ 'ਚ ਵੀ ਕਰਾਂਗੇ ਜਦੋਂ ਆਪਾਂ ਲੋਡਰ ਕਰਾਂਗੇ। ਸੋ ਦੀ ਨੀਡ ਆਫ ਲਿੰਕਰ ਅਰਾਈਜ਼ਸ ਵੈਨ ਸੋਰਸ ਪ੍ਰੋਗਰਾਮ ਕੰਸਿਸਟ ਆਫ ਲਾਰਜ ਨੰਬਰ ਆਫ ਮੋਡਿਊਲਸ। ਲਿੰਕਰ ਦੀ ਲੋੜ ਕਦੋਂ ਪੈਂਦੀ ਆਪਾਂ ਨੂੰ, ਜਦੋਂ ਆਪਣੇ ਸੋਰਸ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੇ ਮੋਡਿਊਲਸ ਹੋਣ, ਈਚ ਆਫ ਵਿਚ ਮੇ ਹੈਵ ਬੀਨ ਸੈਪਰੇਟਲੀ ਕੰਪਾਈਲਡ ਔਰ ਅਸੈਂਬਲਡ। ਜਿੰਨੇ ਵੀ ਉਹ ਮੋਡਿਊਲ ਨੇ ਸਾਰੇ ਇੰਡੀਪੈਂਡੈਂਟਲੀ ਸੈਪਰੇਟਲੀ ਕੰਪਾਈਲ ਹੋਏ ਨੇ, ਸੋ ਇਸ ਕਰਕੇ ਉਹਨਾਂ ਨੂੰ ਲਿੰਕ ਕਰਨ ਦੀ ਜ਼ਰੂਰਤ ਪੈਂਦੀ ਹੈ। ਇਨ ਸੱਚ ਏ ਕੇਸ ਕੰਪਾਈਲਰ ਇਜ਼ ਏਬਲ ਟੂ ਕੰਪਾਈਲ ਈਚ ਮੋਡਿਊਲ ਆਫ ਏ ਪ੍ਰੋਗਰਾਮ ਬਾਈ ਇਟਸੈਲਫ। ਸੋ ਇੱਦਾਂ ਦੇ ਕੇਸ 'ਚ ਕੀ ਹੈ, ਕੰਪਾਈਲਰ ਹਰ ਇੱਕ ਮੋਡਿਊਲ ਨੂੰ ਆਪਣੇ ਆਪ ਕੰਪਾਈਲ ਕਰੇਗਾ, ਯਾਨੀ ਕਿ ਇੰਡੀਪੈਂਡੈਂਟਲੀ ਕੰਪਾਈਲ ਕਰੇਗਾ ਤੇ ਫਿਰ ਬਾਅਦ 'ਚ ਆਪਾਂ ਨੂੰ ਇਕੱਠਾ ਕੰਬਾਈਨ ਕਰਾਂਗੇ। So thus it is the responsibility of a linker to combine all such object files produced by the compiler and produce the executable form of the program. So ਇਸ ਕਰਕੇ ਲਿੰਕਰ ਦੀ ਇਹ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਕਿ ਉਹ ਸਾਰੇ ਆਬਜੈਕਟ ਫਾਈਲਸ ਨੂੰ ਕੰਬਾਈਨ ਕਰੇ ਤੇ ਇੱਕ ਸਿੰਗਲ ਆਪਣੇ ਕੋਲ ਐਗਜ਼ੀਕਿਊਟੇਬਲ ਫਾਈਲ ਪ੍ਰੋਡਿਊਸ ਕਰੇ। During the process of combining object module, the linker relocates them since the codes are generated by compiler assuming the same fixed start address or all modules। ਇਹ ਹਜੇ ਆਪਾਂ ਨੂੰ ਨਹੀਂ ਪਤਾ ਲੱਗਣਾ, ਜਦੋਂ ਆਪਾਂ ਲੋਡਰ ਕਰਾਂਗੇ ਡਿਟੇਲ ਦੇ ਵਿੱਚ ਉੱਥੇ ਆਪਾਂ ਨੂੰ ਪਤਾ ਲੱਗੇਗਾ ਕਿ ਰੀਲੋਕੇਸ਼ਨ ਕਿਵੇਂ ਹੁੰਦੀ ਹੈ, ਉਹਨਾਂ ਦੇ ਐਡਰੈਸਿਸ ਕਿਵੇਂ ਫਾਈਂਡ ਆਊਟ ਹੁੰਦੇ ਨੇ। ਸੋ ਉੱਥੇ ਰੀਲੋਕੇਸ਼ਨ ਦੀ ਜ਼ਰੂਰਤ ਪੈਂਦੀ ਹੈ, ਸੋ ਇਹਨੂੰ ਆਪਾਂ ਡਿਟੇਲ 'ਚ ਬਾਅਦ 'ਚ ਕਰਾਂਗੇ। ਸੋ ਅਨਦਰ ਰਿਸਪੌਂਸਿਬਿਲਿਟੀ ਆਫ ਦ ਲਿੰਕਰ ਇਜ਼ ਟੂ ਰਿਜ਼ੋਲਵ ਔਰ ਐਡਜਸਟ ਐਕਸਟਰਨਲ ਰੈਫਰੈਂਸ। ਐਕਸਟਰਨਲ ਰੈਫਰੈਂਸ ਹੁਣੀ ਐਕਸਪਲੇਨ ਕਰਕੇ ਹਟਿਆ ਕਿ ਜਿਹੜੇ ਵੀ ਕੋਈ ਆਪਾਂ ਐਂਟੀਟੀ ਯੂਜ਼ ਕਰ ਰਹੇ ਹਾਂ, ਰੈਫਰ ਕਰ ਰਹੇ ਹਾਂ, ਉਹਨੂੰ ਡਿਫਾਈਨ ਕੀਤਾ ਗਿਆ ਕਿਸੇ ਹੋਰ ਆਬਜੈਕਟ ਦੇ ਵਿੱਚ, ਤਾਂ ਉੱਥੇ ਉਹ ਐਕਸਟਰਨਲ ਰੈਫਰੈਂਸ ਮੰਨਿਆ ਜਾਏਗਾ ਤੇ ਉਹਨੂੰ ਰਿਜ਼ੋਲਵ ਕਰਨਾ ਕਿਹਦੀ ਰਿਸਪੌਂਸਿਬਿਲਿਟੀ ਹੈ, ਲਿੰਕਰ ਦੀ। Linker also produces error message if some external reference could not be resolved। तो अगर कोई भी external reference resolve नहीं हो पाता तो linker ਆਪਾਂ ਨੂੰ ਇੱਕ error message show ਕਰਦਾ ਹੈ ਜਿਹਨੂੰ ਫਿਰ ਆਪਾਂ ਨੂੰ remove ਕਰਨਾ ਪਏਗਾ। तो next type है loader। loader ਨੇ ਕੀ ਕਰਨਾ ਹੈ, ਹੁਣ ਜਦੋਂ ਆਪਣੇ ਕੋਲ ਇੱਕ executable module ਤਿਆਰ ਹੋ ਗਿਆ तो फाइनली लोडर ने की करना है, प्रोग्राम ਨੂੰ ਲੋਡ ਕਰਨਾ ਹੈ ਮੇਨ ਮੈਮਰੀ ਦੇ ਵਿੱਚ, ਕਿਉਂਕਿ ਬੇਸਿਕਲੀ ਪ੍ਰੋਗਰਾਮ ਕਿੱਥੇ ਪਿਆ ਹੁੰਦਾ ਹੈ, ਸੈਕੰਡਰੀ ਮੈਮਰੀ ਦੇ ਵਿੱਚ, ਉੱਥੋਂ ਡਾਇਰੈਕਟਲੀ ਰਨ ਨਹੀਂ ਹੋ ਸਕਦਾ। ਸੋ ਪ੍ਰੋਗਰਾਮ ਨੂੰ ਰਨ ਕਰਨ ਵਾਸਤੇ ਪਹਿਲਾਂ ਆਪਾਂ ਨੂੰ ਮੈਮਰੀ 'ਚ ਲੈ ਕੇ ਆਉਣਾ ਪੈਂਦਾ ਹੈ, ਮੈਮਰੀ ਕਰ ਲਓ ਜਾਂ ਫਿਰ ਮੇਨ ਮੈਮਰੀ 'ਚ, ਉੱਥੇ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਹੋਏਗੀ।
So a loader is a system software that places the programs into memory and prepare them for execution. ਇੱਥੇ memory ਦੀ ਗੱਲ ਕਿਹੜੀ ਹੋ ਰਹੀ ਹੈ, main memory ਦੀ, RAM ਦੀ ਗੱਲ। तो ਇਹ ਲੋਡਰ ਕੀ ਕਰਦਾ ਹੈ, ਪ੍ਰੋਗਰਾਮ ਨੂੰ ਮੇਨ ਮੈਮਰੀ 'ਚ ਲੈ ਕੇ ਆਉਂਦਾ ਹੈ ਤੇ ਉਹਨੂੰ ਐਗਜ਼ੀਕਿਊਸ਼ਨ ਵਾਸਤੇ ਪ੍ਰਿਪੇਅਰ ਕਰਦਾ। The loading is a process of bringing an executable file produced by the linker from the secondary storage to primary storage. So loading ਕੀ ਹੈ, executable file ਨੂੰ ਆਪਾਂ secondary storage ਤੋਂ primary storage 'ਚ ਲੈ ਕੇ ਆਉਂਦੇ ਹਾਂ in such a way that it can be executed by the operating system, ਯਾਨੀ ਕਿ ਨਾਲ ਦੀ ਨਾਲ ਉਹਦੀ ਐਗਜ਼ੀਕਿਊਸ਼ਨ ਵੀ ਹੋ ਸਕੇ, ਇਸ ਤਰੀਕੇ ਨਾਲ ਉਹਨੂੰ ਮੇਨ ਮੈਮਰੀ 'ਚ ਸਟੋਰ ਕੀਤਾ ਜਾਂਦਾ। In this simple loading scheme, the assembler produces the machine language translation of a program and places it on the secondary storage device. अगर आप सब तो सिंपल लोडिंग स्कीम भी देखिए, लोडिंग ਦੀਆਂ ਅਲੱਗ-ਅਲੱਗ ਸਕੀਮਸ ਹੋ ਸਕਦੀਆਂ ਨੇ, ਅਲੱਗ-ਅਲੱਗ ਮੈਥਡ ਹੋ ਸਕਦੇ ਨੇ। ਸੋ ਸਭ ਤੋਂ ਸਿੰਪਲੈਸਟ ਮੈਥਡ ਦੇ ਵਿੱਚ ਕੀ ਹੈ, ਸਿੰਪਲੀ ਜਿਹੜਾ ਅਸੈਂਬਲਰ ਹੈ ਜਾਂ ਕੰਪਾਈਲਰ ਹੈ ਉਹਨੇ ਮਸ਼ੀਨ ਲੈਂਗੁਏਜ 'ਚ ਪ੍ਰੋਗਰਾਮ ਨੂੰ ਕਨਵਰਟ ਕਰਨਾ ਹੈ ਤੇ ਉਹਨੂੰ ਸੈਕੰਡਰੀ ਸਟੋਰੇਜ ਦੇ ਉੱਤੇ ਸਟੋਰ ਕਰ ਦੇਣਾ। ਐਂਡ ਇਹ ਲੋਡਰ ਇਜ਼ ਪਲੇਸਡ ਇਨ ਦੀ ਮੇਨ ਮੈਮਰੀ, ਤੇ ਲੋਡਰ ਕਿੱਥੇ ਹੋਏਗਾ, ਮੇਨ ਮੈਮਰੀ 'ਚ ਹੋਏਗਾ। Then the loader then brings this machine language code into the main memory and transfer control to it. Then loader ਕੀ ਕਰੇਗਾ, ਮਸ਼ੀਨ ਕੋਡ ਨੂੰ ਮੇਨ ਮੈਮਰੀ 'ਚ ਲੈ ਕੇ ਆਏਗਾ ਤੇ ਕੰਟਰੋਲ ਕਿੱਥੇ ਚਲਾ ਜਾਏਗਾ, ਮਸ਼ੀਨ ਲੈਂਗੁਏਜ ਦੀ ਫਸਟ ਇੰਸਟਰਕਸ਼ਨ ਦੇ ਉੱਤੇ, ਜਿੱਥੋਂ 1 by 1 ਇੰਸਟਰਕਸ਼ਨਸ ਐਗਜ਼ੀਕਿਊਟ ਹੋਣਗੀਆਂ। ਸੋ ਲੋਡਰ ਦੇ ਬੇਸਿਕਲੀ 4 ਫੰਕਸ਼ਨਸ ਨੇ ਜਿਨ੍ਹਾਂ ਨੂੰ ਆਪਾਂ ਬਾਅਦ 'ਚ ਡਿਟੇਲ ਦੇ ਵਿੱਚ ਵੀ ਕਰਾਂਗੇ। ਫਿਲਹਾਲ ਸਿਰਫ ਉਹਨਾਂ ਦੇ ਨਾਮ ਦੇਖ ਲਓ, ਐਲੋਕੇਸ਼ਨ, ਰੀਲੋਕੇਸ਼ਨ, ਲਿੰਕਿੰਗ ਐਂਡ ਲੋਡਿੰਗ। ਸੋ ਇਹ ਸਾਰੇ ਫੰਕਸ਼ਨਸ ਪਰਫੋਰਮ ਹੋਣਗੇ ਲੋਡਰ ਦੇ ਵਿੱਚ, ਉਹ ਅਲੱਗ-ਅਲੱਗ ਮੈਥਡਸ ਨੇ। ਨੈਕਸਟ ਟਾਈਪ ਹੈ ਸਿਸਟਮ ਸੌਫਟਵੇਅਰ ਦੀ ਟੈਕਸਟ ਐਡੀਟਰਸ। ਇਹ ਟੈਕਸਟ ਐਡੀਟਰ ਇਜ਼ ਏ ਸੌਫਟਵੇਅਰ। ਟੈਕਸਟ ਐਡੀਟਰ ਕੀ ਹੋਏਗਾ, ਜਿੱਦਾਂ ਆਪਾਂ ਨੋਟਪੈਡ ਯੂਜ਼ ਕਰਦੇ ਹਾਂ, ਸੋ ਇਸ ਤਰੀਕੇ ਨਾਲ ਜਦੋਂ ਵੀ ਆਪਾਂ ਕੋਈ ਵੀ ਵਿੰਡੋ ਇੰਸਟਾਲ ਕਰਦੇ ਹਾਂ ਤਾਂ ਉਹਦੇ 'ਚ ਬੇਸਿਕਲੀ ਕੋਈ ਨਾ ਕੋਈ ਟੈਕਸਟ ਐਡੀਟਰ ਹੁੰਦਾ ਹੈ। ਜਿੱਦਾਂ ਵਿੰਡੋ ਦੇ ਵਿੱਚ ਆਪਾਂ ਦੇਖਦੇ ਹਾਂ ਨੋਟਪੈਡ, ਸੋ ਬਾਈ ਡਿਫੋਲਟ ਨੋਟਪੈਡ ਆਪਾਂ ਨੂੰ ਵਿੰਡੋ ਦੇ ਨਾਲ ਹੀ ਮਿਲਦਾ ਹੈ। ਉਹ ਕੀ ਹੈ, ਇੱਥੇ ਇੱਕ ਟੈਕਸਟ ਐਡੀਟਰ ਦਾ ਕੰਮ ਕਰ ਰਿਹਾ। ਜਿੱਦਾਂ ਆਪਾਂ ਵਰਡ ਵੀ ਯੂਜ਼ ਕਰਦੇ ਹਾਂ ਬਟ ਉਹ ਵਿੰਡੋ ਦੇ ਨਾਲ ਨਹੀਂ ਹੁੰਦਾ, ਉਹ ਆਪਾਂ ਅਲੱਗ ਤੋਂ ਇੰਸਟਾਲ ਕਰਦੇ ਹਾਂ। ਸੋ ਇਹ ਟੈਕਸਟ ਐਡੀਟਰ ਇਜ਼ ਏ ਸੌਫਟਵੇਅਰ ਦੈਟ ਅਲਾਉਜ਼ ਦੀ ਯੂਜ਼ਰ ਟੂ ਇਨਪੁਟ, ਡਿਲੀਟ, ਅਪਡੇਟ ਐਂਡ ਸਟੋਰ ਇਨਫੋਰਮੇਸ਼ਨ ਸਚ ਐਜ਼ ਡਾਟਾ, ਪ੍ਰੋਗਰਾਮਸ ਐਂਡ ਲੈਟਰਸ। ਸੋ ਬੇਸਿਕਲੀ ਟੈਕਸਟ ਐਡੀਟਰ ਕੀ ਹੈ, ਕੋਈ ਵੀ ਡਾਕੂਮੈਂਟਸ ਨੂੰ ਐਡਿਟ ਕਰਨ ਲਈ ਯੂਜ਼ ਕੀਤਾ ਜਾਂਦਾ ਹੈ। ਐਨ ਇੰਟਰੈਕਟਿਵ ਐਡੀਟਰ ਅਲਾਉਜ਼ ਏ ਯੂਜ਼ਰ ਟੂ ਕ੍ਰੀਏਟ ਐਂਡ ਰਿਵਾਈਜ਼ ਏ ਟਾਰਗੇਟ ਡਾਕੂਮੈਂਟ। ਜਿਹੜਾ ਇੰਟਰੈਕਟਿਵ ਐਡੀਟਰ ਹੋਏਗਾ ਉਹ ਆਪਾਂ ਨੂੰ ਅਲਾਉ ਕਰਦਾ ਹੈ ਕਿ ਆਪਾਂ ਡਾਕੂਮੈਂਟ ਨੂੰ ਕ੍ਰੀਏਟ ਵੀ ਕਰ ਸਕੀਏ ਤੇ ਬਾਅਦ 'ਚ ਉਹਨੂੰ ਰਿਵਾਈਜ਼ ਵੀ ਕਰ ਸਕੀਏ। ਰਿਵਾਈਜ਼ ਮਤਲਬ ਆਪਾਂ ਉਹਨੂੰ ਦੇਖ ਕੇ ਐਡਿਟ ਵੀ ਕਰ ਸਕਦੇ ਹਾਂ, ਅਗਰ ਕੋਈ ਮਿਸਟੇਕਸ ਹੈ ਤਾਂ ਆਪਾਂ ਕਰੈਕਟ ਕਰ ਸਕਦੇ ਹਾਂ। ਸੋ ਟੈਕਸਟ ਐਡੀਟਰਸ ਆਰ ਆਫਨ ਪ੍ਰੋਵਾਈਡਡ ਵਿਦ ਆਪਰੇਟਿੰਗ ਸਿਸਟਮ ਔਰ ਸੌਫਟਵੇਅਰ ਡਿਵੈਲਪਮੈਂਟ ਪੈਕੇਜਿਸ। ਸੋ ਜਨਰਲੀ ਜਿਹੜਾ ਟੈਕਸਟ ਐਡੀਟਰ ਹੈ ਉਹ ਆਪਾਂ ਨੂੰ ਆਪਰੇਟਿੰਗ ਸਿਸਟਮ ਦੇ ਨਾਲ ਹੀ ਪ੍ਰੋਵਾਈਡ ਕੀਤਾ ਜਾਂਦਾ ਹੈ, ਜਿੱਦਾਂ ਕਿ ਨੋਟਪੈਡ ਹੈ, ਐਂਡ ਕੈਨ ਬੀ ਯੂਜ਼ਡ ਟੂ ਚੇਂਜ ਕਨਫਿਗਰੇਸ਼ਨ ਫਾਈਲਸ ਐਂਡ ਪ੍ਰੋਗਰਾਮਿੰਗ ਲੈਂਗੁਏਜ ਸੋਰਸ ਕੋਡ। ਇਹਨੂੰ ਆਪਾਂ ਕਿਸੇ ਵੀ ਫਾਈਲਸ ਨੂੰ ਚੇਂਜ ਕਰਨ ਲਈ, ਫਾਈਲਸ ਨੂੰ ਐਡਿਟ ਕਰਨ ਲਈ ਯੂਜ਼ ਕਰ ਸਕਦੇ ਹਾਂ। ਐਡੀਟਰਸ ਆਰ ਮੋਸਟਲੀ ਯੂਜ਼ਡ ਬਾਈ ਪ੍ਰੋਗਰਾਮ ਡਿਵੈਲਪਰਸ। ਸੋ ਬੇਸਿਕਲੀ ਆਪਾਂ ਯੂਜ਼ ਕਰਦੇ ਹਾਂ ਐਡੀਟਰਸ। ਨੈਕਸਟ ਟਾਈਪ ਹੈ ਡਿਬੱਗਰ। ਡਿਬੱਗਰ ਕੀ ਹੈ ਕਿ ਕੋਈ ਵੀ ਪ੍ਰੋਗਰਾਮ ਜਦੋਂ ਆਪਾਂ ਰਨ ਕਰਦੇ ਹਾਂ ਤਾਂ ਰਨ ਕਰਨ ਲੱਗੇ ਕਈ ਵਾਰੀ ਕੋਈ ਮਿਸਟੇਕਸ ਹੁੰਦੀਆਂ ਨੇ, ਬਟ ਕਈ ਵਾਰੀ ਕੋਈ ਲੌਜੀਕਲ ਐਰਰਸ ਹੁੰਦੇ ਨੇ ਜਿਹੜੇ ਆਪਾਂ ਨੂੰ ਵੈਸੇ ਨਹੀਂ ਪਤਾ ਲੱਗਦੇ, ਬਟ ਆਪਣੀ ਉਹਦੇ ਨਾਲ ਕੀ ਹੈ ਆਊਟਪੁੱਟ ਸਹੀ ਨਹੀਂ ਆਉਂਦੀ। ਤਾਂ ਫਿਰ ਆਪਾਂ ਉਹ ਪ੍ਰੋਗਰਾਮ ਨੂੰ ਕੀ ਕਰਦੇ ਹਾਂ, ਡਿਬੱਗ ਕਰਦੇ ਹਾਂ ਵਿਦ ਦੀ ਹੈਲਪ ਆਫ ਡਿਬੱਗਰ। ਡਿਬੱਗਿੰਗ ਦਾ ਮਤਲਬ ਕੀ ਹੁੰਦਾ ਹੈ, ਡਿਬੱਗਿੰਗ ਇਜ਼ ਐਨ ਐਸੈਂਸ਼ੀਅਲ ਸਟੈਪ ਇਨ ਦੀ ਸੌਫਟਵੇਅਰ ਡਿਵੈਲਪਮੈਂਟ ਪ੍ਰੋਸੈਸ। ਜਦੋਂ ਵੀ ਆਪਾਂ ਸੌਫਟਵੇਅਰ ਡਿਵੈਲਪਮੈਂਟ ਦਾ ਪੂਰਾ ਪ੍ਰੋਸੈਸ ਫੋਲੋ ਕਰਦੇ ਹਾਂ ਉਹਦੇ ਵਿੱਚ ਡਿਬੱਗਿੰਗ ਇੱਕ ਕਾਫੀ ਇੰਪੋਰਟੈਂਟ ਸਟੈਪ ਹੈ, ਜਿਹਦੇ ਵਿੱਚ ਕੀ ਹੈ ਕਿ ਆਪਾਂ ਪ੍ਰੋਗਰਾਮ ਨੂੰ ਚੈੱਕ ਕਰਦੇ ਹਾਂ ਕਿ ਕੋਈ ਵੀ ਐਰਰ ਹੈ ਜਾਂ ਕੋਈ ਵੀ ਬਗਸ ਨੇ ਉਹ ਕਿੱਥੇ ਆ ਰਹੇ ਨੇ। ਸੋ ਡਿਬੱਗਰ ਇਜ਼ ਏ ਸੌਫਟਵੇਅਰ ਟੂਲ that provide a controlled execution environment. So basically ਜਿਹੜਾ ਡਿਬੱਗਰ ਹੈ ਉਹ ਆਪਾਂ ਨੂੰ ਇੱਕ ਕੰਟਰੋਲਡ ਐਗਜ਼ੀਕਿਊਸ਼ਨ ਇਨਵਾਇਰਨਮੈਂਟ ਪ੍ਰੋਵਾਈਡ ਕਰਦਾ ਹੈ ਜਿੱਥੇ ਆਪਾਂ ਆਪਣੇ ਅਕੋਰਡਿੰਗ ਪ੍ਰੋਗਰਾਮ ਨੂੰ ਰਨ ਕਰ ਸਕਦੇ ਹਾਂ। So in this environment the program is run so that it can be interrupted or suspended at some desirable point. So ਇੱਦਾਂ ਦੇ ਇਨਵਾਇਰਨਮੈਂਟ 'ਚ ਕੀ ਹੈ, ਪ੍ਰੋਗਰਾਮ ਨੂੰ ਆਪਾਂ ਰਨ ਕਰਦੇ ਹਾਂ ਤਾਂ ਕਿ ਉਹਨੂੰ ਆਪਾਂ ਕਿਸੇ ਵੀ ਆਪਣੇ ਪਰਟੀਕੂਲਰ ਪੁਆਇੰਟ ਦੇ ਉੱਤੇ ਸਸਪੈਂਡ ਕਰ ਸਕੀਏ। ਸਸਪੈਂਡ ਕਰਨ ਦਾ ਮਤਲਬ ਇੱਕ ਵਾਰੀ ਉਹਨੂੰ ਪੌਜ਼ ਕਰਕੇ ਦੇਖ ਸਕਦੇ ਹਾਂ, ਚੈੱਕ ਕਰ ਸਕਦੇ ਹਾਂ ਕਿ ਆਪਣਾ ਪ੍ਰੋਗਰਾਮ ਇੱਥੇ ਤੱਕ ਸਹੀ ਰਨ ਹੋਇਆ ਜਾਂ ਨਹੀਂ ਹੋਇਆ। ਸੋ ਦਸ ਏ ਡਿਬੱਗਰ ਇਜ਼ ਏ ਪੀਸ ਆਫ ਸੌਫਟਵੇਅਰ that allows a user to run program interactively, stopping and starting it and examining the content of memory and the call stack. ਸੋ ਜਿਹੜਾ ਡਿਬੱਗਰ ਹੈ ਉਹ ਇੱਕ ਸੌਫਟਵੇਅਰ ਹੈ ਜਿਹੜਾ ਕਿ ਪ੍ਰੋਗਰਾਮ ਨੂੰ ਆਪਾਂ ਕਿਸੇ ਵੀ ਤਰੀਕੇ ਨਾਲ ਰਨ ਕਰ ਸਕਦੇ ਹਾਂ ਇੰਟਰੈਕਟਿਵਲੀ। ਪ੍ਰੋਗਰਾਮ ਨੂੰ ਬੇਸਿਕਲੀ ਕਿਤੇ ਵੀ ਸਟੋਪ ਵੀ ਕਰ ਸਕਦੇ ਹਾਂ ਅਤੇ ਦੁਬਾਰਾ ਉਹਨੂੰ ਸਟਾਰਟ ਕਰ ਸਕਦੇ ਹਾਂ। ਅਤੇ
ਆਪਾਂ ਇਨ ਬਿਟਵੀਨ ਕਿਤੇ ਵੀ ਮੈਮਰੀ ਦੇ ਕੰਟੈਂਟ ਨੂੰ ਵੀ ਐਗਜ਼ਾਮਿਨ ਕਰ ਸਕਦੇ ਹਾਂ ਕਿ ਆਪਣੇ ਜਿਹੜੇ ਵੇਰੀਏਬਲਸ ਨੇ ਉਹਨਾਂ ਦੀ ਵੈਲਿਊ ਕੀ ਹੋਣੀ ਚਾਹੀਦੀ ਸੀ ਤੇ ਇਸ ਟਾਈਮ ਤੇ ਆਪਾਂ ਨੂੰ ਕੀ ਸ਼ੋ ਹੋ ਰਹੀ ਹੈ, ਉਹ ਸਹੀ ਹੈ, ਆਪਾਂ ਉਹਨੂੰ ਚੈੱਕ ਕਰ ਸਕਦੇ ਹਾਂ। The most important facility provided by all debuggers is to set a few breakpoints। तो ਜਿਹੜੀ ਸਭ ਤੋਂ ਬੇਸਿਕ ਆਪਾਂ ਨੂੰ ਫੈਸਿਲਿਟੀ ਮਿਲਦੀ ਹੈ ਡਿਬਗਰ ਦੇ ਵਿੱਚ, ਉਹ ਕੀ ਹੈ, ਇੱਕ ਬ੍ਰੇਕ ਪੁਆਇੰਟ ਹੈ ਜਿਹਦੇ ਨਾਲ ਕੀ ਆਪਾਂ ਪ੍ਰੋਗਰਾਮ ਨੂੰ ਕਿਸੇ ਵੀ ਪਾਰਟਿਕੂਲਰ ਇੰਸਟਰਕਸ਼ਨ ਦੇ ਉੱਤੇ, ਕਿਸੇ ਵੀ ਪਾਰਟਿਕੂਲਰ ਕੰਡੀਸ਼ਨ ਦੇ ਉੱਤੇ ਰੋਕ ਸਕਦੇ ਹਾਂ ਇੱਕ ਵਾਰੀ ਤੇ ਉਹਨੂੰ ਚੈੱਕ ਕਰ ਸਕਦੇ ਹਾਂ। ਤੇ ਇਹਨੂੰ ਵੀ ਆਪਾਂ ਡਿਟੇਲ 'ਚ ਕਰਾਂਗੇ। ਸੋ ਜਿੰਨੀਆਂ ਵੀ ਇਹ ਟਾਈਪਸ ਨੇ ਇਹਨਾਂ ਦੇ ਪੂਰੇ ਆਪਣੇ ਕੋਲ ਪੂਰੇ ਅੱਗੇ ਸਿਲੇਬਸ ਦੇ ਵਿੱਚ ਪੂਰੇ ਚੈਪਟਰਸ ਨੇ ਜਿੱਥੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਕਰਾਂਗੇ। ਸੋ ਸਾਰੀਆਂ ਜਿਹੜੀਆਂ ਟਾਈਪਸ ਨੇ ਫਿਲਹਾਲ ਆਪਾਂ ਉਹਨਾਂ ਦਾ ਜਸਟ ਇੱਕ ਓਵਰਵਿਊ ਲੈ ਰਹੇ ਹਾਂ, ਜਸਟ ਇੱਕ ਇੰਟਰੋਡਕਸ਼ਨ ਲੈ ਰਹੇ ਹਾਂ। ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪੂਰੀ ਡਿਟੇਲ 'ਚ ਦੇਖਾਂਗੇ ਵਨ ਬਾਈ ਵਨ। ਸੋ ਨੈਕਸਟ ਟਾਈਪ ਹੈ ਆਪਰੇਟਿੰਗ ਸਿਸਟਮ, ਜਿਹੜਾ ਕਿ ਮੋਸਟ ਇੰਪੋਰਟੈਂਟ ਆਪਰੇਟਿੰਗ ਸਿਸਟਮ ਸੌਫਟਵੇਅਰ ਕਹਿ ਸਕਦੇ ਹਾਂ ਆਪਾਂ। Operating system ਕੀ ਹੈ? An operating system is a program that acts as an interface between the user of a computer and the computer hardware। Operating system ਕੀ ਹੈ ਕਿ ਇੱਕ ਆਪਾਂ ਨੂੰ ਇੰਟਰਫੇਸ ਪ੍ਰੋਵਾਈਡ ਕਰਦਾ ਹੈ ਬਿਟਵੀਨ the user of a computer, ਯਾਨੀ ਕਿ ਆਪਾਂ ਤੇ ਕੰਪਿਊਟਰ ਹਾਰਡਵੇਅਰ। ਕਿਉਂਕਿ ਕੰਪਿਊਟਰ ਕੀ ਹੈ, ਜਸਟ ਇੱਕ ਹਾਰਡਵੇਅਰ ਹੈ। ਅਗਰ ਆਪਾਂ ਨੇ ਉਹਦੇ ਨਾਲ ਇੰਟਰੈਕਸ਼ਨ ਕਰਨੀ ਹੈ ਤਾਂ ਆਪਾਂ ਨੂੰ ਕੋਈ ਨਾ ਕੋਈ ਇੰਟਰਫੇਸ, ਕੋਈ ਨਾ ਕੋਈ ਮੀਡੀਅਮ ਚਾਹੀਦਾ ਹੈ, ਤੇ ਉਹ ਮੀਡੀਅਮ ਆਪਾਂ ਨੂੰ ਕੌਣ ਪ੍ਰੋਵਾਈਡ ਕਰਦਾ ਹੈ? ਆਪਰੇਟਿੰਗ ਸਿਸਟਮ। The purpose of operating system is to provide an environment in which a user can execute programs in a convenient and efficient manner। So operating system ਕੀ ਹੈ ਕਿ ਆਪਾਂ ਨੂੰ ਇੱਕ environment provide ਕਰਦਾ ਹੈ ਜਿਸ 'ਚ ਆਪਾਂ ਆਪਣੇ ਪ੍ਰੋਗਰਾਮ ਨੂੰ ਐਗਜ਼ੀਕਿਊਟ ਕਰ ਸਕਦੇ ਹਾਂ in convenient and efficient manner। efficiently ਉਹਨਾਂ ਨੂੰ ਆਪਾਂ ਰਨ ਕਰ ਸਕਦੇ ਹਾਂ। Operating system is a first program that gets loaded into the memory through a process called booting। ਤੁਸੀਂ ਦੇਖੋ ਜਦੋਂ ਵੀ ਆਪਾਂ ਕੋਈ ਲੈਪਟਾਪ ਜਾਂ ਜਦੋਂ ਵੀ ਕੋਈ ਕੰਪਿਊਟਰ ਸਟਾਰਟ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸ਼ੋ ਹੁੰਦਾ ਹੈ ਵਿੰਡੋ ਇਜ਼ ਲੋਡਿੰਗ। ਤਾਂ ਉਹ ਕੀ ਹੈ, ਆਪਰੇਟਿੰਗ ਸਿਸਟਮ ਉੱਥੇ ਲੋਡ ਹੋ ਰਿਹਾ ਹੁੰਦਾ ਹੈ ਅਤੇ ਉਸ ਪ੍ਰੋਸੈਸ ਨੂੰ ਆਪਾਂ ਕੀ ਬੋਲਦੇ ਹਾਂ? ਬੂਟਿੰਗ। ਇਹ ਸਿਸਟਮ ਬੂਟ ਹੋ ਰਿਹਾ। ਵੀ ਕੈਨ ਸੇ ਦੈਟ ਐਨ ਆਪਰੇਟਿੰਗ ਸਿਸਟਮ ਇਜ਼ ਐਨ ਇੰਟੀਗ੍ਰੇਟਡ ਸੈਟ ਆਫ ਪ੍ਰੋਗਰਾਮਸ। ਕਿਉਂਕਿ ਇਹਦੇ ਵਿੱਚ ਇਹ ਨਹੀਂ ਹੈ ਕਿ ਇੱਕ ਸਿੰਗਲ ਪ੍ਰੋਗਰਾਮ ਹੈ, ਇਹ ਕਾਫੀ ਸਾਰੇ ਸੈਟ ਆਫ ਪ੍ਰੋਗਰਾਮਸ ਹੋ ਸਕਦੇ ਨੇ ਜਿਹੜੇ ਕਿ ਆਪਸ 'ਚ ਇੰਟੀਗ੍ਰੇਟ ਨੇ। ਦੈਟ ਮੈਨੇਜ ਦੀ ਵੇਰੀਅਸ ਹਾਰਡਵੇਅਰ ਰਿਸੋਰਸਿਸ, ਜਿਹੜੇ ਕਿ ਕੰਪਿਊਟਰ ਦੇ ਸਾਰੇ ਹਾਰਡਵੇਅਰ ਰਿਸੋਰਸਿਸ ਨੂੰ ਮੈਨੇਜ ਕਰਦੇ ਨੇ, ਜਿਵੇਂ ਕਿ ਪ੍ਰੋਸੈਸਰ, ਮੈਮਰੀ, ਆਈਓ ਡਿਵਾਈਸਿਸ, ਕਮਿਊਨੀਕੇਸ਼ਨ ਡਿਵਾਈਸਿਸ, ਤੇ ਪੂਰੇ ਦੇ ਪੂਰੇ ਕੰਪਿਊਟਰ ਦੇ ਓਪਰੇਸ਼ਨਸ ਨੂੰ ਮੈਨੇਜ ਕਰਦੇ ਆ। ਸੋ ਇਟਸ ਪ੍ਰਾਇਮਰੀ ਓਬਜੈਕਟਿਵ ਇਜ਼ ਟੂ ਇੰਪਰੂਵ ਦੀ ਪਰਫੋਰਮੈਂਸ ਐਂਡ ਐਫੀਸ਼ੀਐਂਸੀ ਆਫ ਏ ਕੰਪਿਊਟਰ ਸਿਸਟਮ ਐਂਡ ਮੇਕ ਇਟ ਯੂਜ਼ਰ ਫਰੈਂਡਲੀ। ਸੋ ਜਿਹੜਾ ਮੇਨ ਆਪਰੇਟਿੰਗ ਸਿਸਟਮ ਦਾ ਪਰਪਸ ਹੈ ਉਹ ਕੀ ਹੈ ਕਿ ਯੂਜ਼ਰ ਫਰੈਂਡਲੀ ਹੋਵੇ ਤੇ ਪੂਰੇ ਦੇ ਪੂਰੇ ਪਰਫੋਰਮੈਂਸ ਨੂੰ ਇੰਪਰੂਵ ਕਰਨਾ। ਸੋ ਦਸ ਲਾਈਕ ਏ ਮੈਨੇਜਰ ਆਫ ਏ ਕੰਪਨੀ, an operating system is responsible for smooth and efficient operation of the entire computer system। so ਜਿਵੇਂ ਇੱਕ ਕੰਪਨੀ 'ਚ ਕੋਈ ਵੀ ਮੈਨੇਜਰ ਹੁੰਦਾ ਹੈ ਜਿਹੜਾ ਪੂਰੀ ਦੀ ਪੂਰੀ ਕੰਪਨੀ ਨੂੰ, ਪੂਰੀ ਦੀ ਪੂਰੀ ਵਰਕਿੰਗ ਨੂੰ ਮੈਨੇਜ ਕਰਦਾ ਹੈ, ਉਸੇ ਤਰੀਕੇ ਨਾਲ ਕੰਪਿਊਟਰ ਦੇ ਵਿੱਚ ਆਪਰੇਟਿੰਗ ਸਿਸਟਮ ਪੂਰੇ ਸਿਸਟਮ ਦੇ ਆਪਰੇਸ਼ਨਸ ਨੂੰ ਮੈਨੇਜ ਕਰਦਾ ਹੈ। an operating system also acts as an platform on which various application programs such as word processor and Excel are executed। ਆਪਰੇਟਿੰਗ ਸਿਸਟਮ ਇੱਕ ਆਪਾਂ ਨੂੰ ਪਲੇਟਫਾਰਮ ਵੀ ਪ੍ਰੋਵਾਈਡ ਕਰਦਾ ਹੈ ਕਿ ਜਿਹਦੇ ਉੱਤੇ ਆਪਾਂ ਬਾਕੀ ਐਪਲੀਕੇਸ਼ਨਸ ਨੇ, ਜਿੰਨੀਆਂ ਵੀ ਐਪਲੀਕੇਸ਼ਨਸ ਨੇ ਉਹ ਰਨ ਕਰ ਸਕਦੇ ਹਾਂ। ਵਿਦਆਊਟ ਆਪਰੇਟਿੰਗ ਸਿਸਟਮ ਆਪਾਂ ਕੋਈ ਵੀ ਐਪਲੀਕੇਸ਼ਨ ਨੂੰ ਰਨ ਨਹੀਂ ਕਰ ਸਕਦੇ। ਜਿੱਦਾਂ ਆਪਣੇ ਫੋਨ ਦੇ ਵਿੱਚ ਹੈ ਐਂਡਰੋਇਡ, iOS, ਮੈਕ, ਤੇ ਕੰਪਿਊਟਰ ਦੇ ਵਿੱਚ ਹੈ ਯੂਨਿਕਸ, ਵਿੰਡੋਜ਼। ਸੋ ਇਹ ਸਾਰੇ ਕੀ ਨੇ? ਆਪਰੇਟਿੰਗ ਸਿਸਟਮ ਨੇ। ਅਗਰ ਇਹ ਨਾ ਹੋਣ ਤਾਂ ਆਪਾਂ ਆਪਣੇ ਫੋਨ ਨੂੰ ਜਾਂ ਆਪਣੇ ਕੰਪਿਊਟਰ ਨੂੰ ਆਪਰੇਟ ਨਹੀਂ ਕਰ ਸਕਦੇ। ਕੋਈ ਵੀ ਹੋਰ ਇਹਨਾਂ ਦੇ ਉੱਤੇ ਐਪਲੀਕੇਸ਼ਨਸ ਆਪਾਂ ਰਨ ਨਹੀਂ ਕਰ ਸਕਦੇ। So the most common operating system are the Windows family of operating system, ਜਿਵੇਂ ਕਿ ਤੁਸੀਂ ਸੁਣਿਆ ਹੋਏਗਾ ਵਿੰਡੋ 98, ਵਿੰਡੋ 7, ਵਿੰਡੋਜ਼ 8, ਵਿੰਡੋ 10 ਅੱਜ ਕੱਲ੍ਹ ਚੱਲ ਰਹੀ ਹੈ, ਯੂਨਿਕਸ ਐਂਡ ਮੈਕਿਨਟੋਸ਼ ਆਪਰੇਟਿੰਗ ਸਿਸਟਮ। ਸੋ ਇਹ ਸੀ ਟਾਈਪਸ ਆਫ ਆਪਰੇਟਿੰਗ ਸਿਸਟਮ। ਨੈਕਸਟ ਆਪਣੀ ਲਾਸਟ ਜਿਹੜੀ ਟਾਈਪ ਆਫ ਸਿਸਟਮ ਸੌਫਟਵੇਅਰ ਹੈ ਦੈਟ ਇਜ਼ DBMS। DBMS ਕੀ ਹੈ? ਡਾਟਾਬੇਸ ਮੈਨੇਜਮੈਂਟ ਸਿਸਟਮ। ਤੁਸੀਂ ਪਹਿਲਾਂ ਵੀ ਪੜ੍ਹਿਆ ਹੋਏਗਾ DBMS ਕੀ ਹੁੰਦਾ ਹੈ। ਸੋ ਬੇਸਿਕਲੀ DBMS ਦੇ ਵਿੱਚ ਕੀ ਹੈ ਕਿ ਆਪਾਂ ਡਾਟਾ ਨੂੰ ਸੈਂਟਰ 'ਤੇ ਰੱਖ ਕੇ ਉਹਨੂੰ ਮੈਨੇਜ ਕਰਦੇ ਹਾਂ। ਸੋ ਇੱਥੇ ਡਾਇਗਰਾਮ ਦੇ ਵਿੱਚ ਵੀ ਆਪਾਂ ਨੂੰ ਦਿਖ ਰਿਹਾ ਹੈ ਕਿ ਡਾਟਾ ਆਪਣੇ ਕੋਲ ਸੈਂਟਰ 'ਚ ਪਿਆ ਹੈ ਅਤੇ ਉਹਦੇ ਨਾਲ ਕਿਹੜੇ ਕੰਪੋਨੈਂਟ ਐਸੋਸੀਏਟਡ ਨੇ, ਸੌਫਟਵੇਅਰ ਹੈ, ਹਾਰਡਵੇਅਰ ਹੈ, ਪੀਪਲ ਯਾਨੀ ਕਿ ਯੂਜ਼ਰਸ ਨੇ, ਐਂਡ ਪ੍ਰੋਸੀਜਰ ਨੇ। ਪ੍ਰੋਸੀਜਰ ਮਤਲਬ ਕਿ ਉਹ ਡਾਟਾ ਨੂੰ ਆਪਾਂ ਕਿਵੇਂ ਐਕਸੈਸ ਕਰਨਾ। ਸੋ DBMS ਕੀ ਹੁੰਦਾ ਹੈ? DBMS ਇਜ਼ ਏ ਸੌਫਟਵੇਅਰ ਟੂਲ ਦੈਟ ਅਲਾਊਜ਼ ਯੂਜ਼ਰਸ ਟੂ ਡਿਫਾਈਨ ਐਂਡ ਮੇਨਟੇਨ ਏ ਡਾਟਾਬੇਸ ਐਂਡ ਪ੍ਰੋਵਾਈਡ ਕੰਟਰੋਲਡ ਐਕਸੈਸ ਟੂ ਦੀ ਡਾਟਾ। ਸੋ DBMS ਇੱਕ ਸੌਫਟਵੇਅਰ ਹੈ ਜਿਹੜਾ ਕਿ ਆਪਾਂ ਨੂੰ
ਆਪਾਂ ਡਾਟਾ ਨੂੰ ਜਿਹੜਾ ਕਿ ਯੂਜ਼ਰ ਨੂੰ ਡਾਟਾ ਨੂੰ ਡਿਫਾਈਨ ਕਰਨ 'ਚ ਹੈਲਪ ਕਰਦਾ ਹੈ ਤੇ ਉਹਨੂੰ ਐਕਸੈਸ ਕਰਨ ਦੇ ਵਿੱਚ ਵੀ ਹੈਲਪ ਕਰਦਾ ਹੈ। ਵਿਦ ਦੀ ਹੈਲਪ ਆਫ DBMS ਯੂਜ਼ਰਸ ਕੈਨ ਸਟੋਰ, ਆਪਾਂ ਡਾਟਾ ਨੂੰ ਸਟੋਰ ਕਰ ਸਕਦੇ ਹਾਂ, ਮੋਡੀਫਾਈ ਯਾਨੀ ਕਿ ਚੇਂਜ ਕਰ ਸਕਦੇ ਹਾਂ, ਐਂਡ ਐਕਸਟਰੈਕਟ ਇਨਫੋਰਮੇਸ਼ਨ ਫਰੋਮ ਏ ਡਾਟਾਬੇਸ ਐਜ਼ ਪਰ ਰਿਕੁਆਇਰਮੈਂਟ। ਤੇ ਡਾਟਾ ਨੂੰ ਆਪਾਂ ਫੈਚ ਵੀ ਕਰ ਸਕਦੇ ਹਾਂ, ਦੇਖ ਵੀ ਸਕਦੇ ਹਾਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ। ਸੋ ਦੇਰ ਆਰ 5 ਮੇਜਰ ਕੰਪੋਨੈਂਟਸ, ਜਿੱਦਾਂ ਕਿ ਆਪਾਂ ਡਾਇਗਰਾਮ 'ਚ ਦੇਖਿਆ ਸੀ ਕਿ ਕਿਸੇ ਵੀ DBMS ਇਨਵਾਇਰਮੈਂਟ ਦੇ ਵਿੱਚ ਕਿਹੜੇ 5 ਕੰਪੋਨੈਂਟਸ ਹੋਣਗੇ: ਹਾਰਡਵੇਅਰ, ਸੌਫਟਵੇਅਰ, ਡਾਟਾ, ਯੂਜ਼ਰਸ ਐਂਡ ਪ੍ਰੋਸੀਜਰਸ। ਸੋ ਕੁਛ ਕੁ ਆਪਣੇ ਕੋਲ ਬੇਸਿਕ ਜਿਹੜੇ DBMS ਮਾਰਕੀਟ 'ਚ ਅਵੇਲੇਬਲ ਨੇ, ਪੋਪੂਲਰ ਨੇ ਜਿਹੜੇ ਓਰੈਕਲ, ਫੋਕਸ ਪ੍ਰੋ ਹੈ, DB2, DBase, MySQL ਐਕਸੈਟਰਾ। ਸੋ DBMS ਦੀ ਐਡਵਾਂਟੇजेस ਕੀ ਨੇ ਦੇਖੋ। ਵਿਦ ਦੀ ਹੈਲਪ ਆਫ ਏ DBMS ਰਿਡੰਡੈਂਸੀ ਔਰ ਡੁਪਲੀਕੇਸੀ ਆਫ ਡਾਟਾ ਕੈਨ ਬੀ ਕੰਟਰੋਲਡ, ਕਿਉਂਕਿ ਡਾਟਾ ਇੱਥੇ ਬੇਸਿਕਲੀ ਕੀ ਹੈ, ਸੈਂਟਰਲਾਈਜ਼ ਹੁੰਦਾ ਹੈ, ਇੱਕੋ ਹੀ ਜਗ੍ਹਾ 'ਤੇ ਪਿਆ ਹੁੰਦਾ ਹੈ। ਸੋ ਡਾਟਾ ਦੀ ਰਿਡੰਡੈਂਸੀ, ਡੁਪਲੀਕੇਸੀ ਆਪਾਂ ਰਿਮੂਵ ਕਰ ਸਕਦੇ ਹਾਂ। ਇੰਟੀਗ੍ਰਿਟੀ ਕੈਨ ਬੀ ਇਨਫੋਰਸਡ, ਜਦੋਂ ਸਾਰਾ ਡਾਟਾ ਇੱਕ ਜਗ੍ਹਾ 'ਤੇ ਪਿਆ ਹੈ ਤਾਂ ਡਾਟਾ ਦੀ ਇੰਟੀਗ੍ਰਿਟੀ ਵੀ ਆਪਾਂ ਇਨਫੋਰਸ ਕਰ ਸਕਦੇ ਹਾਂ, ਅਪਲਾਈ ਕਰ ਸਕਦੇ ਹਾਂ। ਸੋ ਵਿਦ ਦੀ ਐਲੀਮੀਨੇਸ਼ਨ ਆਫ ਰਿਡੰਡੈਂਸੀ ਡਾਟਾ ਇਨਕਨਸਿਸਟੈਂਸੀ ਕੈਨ ਬੀ ਕੰਟਰੋਲ ਟੂ ਏ ਗ੍ਰੇਟਰ ਐਕਸਟੈਂਟ। ਜਦੋਂ ਰਿਡੰਡੈਂਸੀ ਨਹੀਂ ਹੈ ਤਾਂ ਆਪਾਂ ਡਾਟਾ ਦੀ ਇਨਕਨਸਿਸਟੈਂਸੀ ਵੀ ਨਹੀਂ ਹੋਏਗੀ, ਪੂਰਾ ਡਾਟਾ ਕੰਸਿਸਟੈਂਟ ਹੋਏਗਾ। ਸੋ DBMS ਪ੍ਰੋਵਾਈਡਸ ਦੀ ਪ੍ਰੋਵੀਜ਼ਨ ਆਫ ਡਾਟਾ ਸ਼ੇਅਰਿੰਗ। ਇਹ ਨਹੀਂ ਹੈ ਕਿ ਡਾਟਾ ਸਿਰਫ ਇੱਕ ਦੋ ਯੂਜ਼ਰ ਕੋਲ ਹੀ ਸ਼ੇਅਰ ਹੋ ਰਿਹਾ ਹੈ, ਕਿ ਐਨੀ ਨੰਬਰ ਆਫ ਯੂਜ਼ਰਸ ਕੈਨ ਸ਼ੇਅਰ ਦੀ ਡਾਟਾ। DBMS ਹੈਲਪਸ ਇਨ ਇਨਫੋਰਸਿੰਗ ਸਟੈਂਡਰਡਸ। ਜਦੋਂ ਸਾਰਾ ਡਾਟਾ ਇੱਕ ਜਗ੍ਹਾ 'ਤੇ ਸਟੋਰ ਹੋ ਰਿਹਾ ਹੈ, ਕੋਈ ਪਾਰਟੀਕੂਲਰ ਉਹਨੂੰ DBA ਮੈਨੇਜ ਕਰ ਰਿਹਾ ਹੈ, ਆਪਾਂ ਉੱਥੇ ਸਟੈਂਡਰਡਸ ਵੀ ਅਪਲਾਈ ਕਰ ਸਕਦੇ ਹਾਂ। ਇਟ ਆਲਸੋ ਆਫਰਸ ਬੈਟਰ ਸਿਕਿਉਰਿਟੀ ਬਾਈ ਰਿਸਟ੍ਰਿਕਟਿੰਗ ਅਨਆਥੋਰਾਈਜ਼ਡ ਐਕਸੈਸ। ਆਪਾਂ ਡਾਟਾ ਦੇ ਉੱਤੇ ਪਾਸਵਰਡ ਵਗੈਰਾ ਵੀ ਲਗਾ ਸਕਦੇ ਹਾਂ ਤਾਂ ਕਿ ਡਾਟਾ ਨੂੰ ਅਨਆਥੋਰਾਈਜ਼ਡ ਪਰਸਨ ਐਕਸੈਸ ਨਾ ਕਰ ਸਕਣ। DBMS ਆਲਸੋ ਪ੍ਰੋਵਾਈਡਸ ਬੈਟਰ ਬੈਕਅਪ ਐਂਡ ਰਿਕਵਰੀ। ਸੋ DBMS ਸੌਫਟਵੇਅਰਸ ਦੇ ਥਰੂ ਆਪਾਂ ਡਾਟਾ ਨੂੰ ਬੈਕਅਪ ਵੀ ਰੱਖ ਸਕਦੇ ਹਾਂ ਅਤੇ ਉਹਨੂੰ ਈਜ਼ੀਲੀ ਰਿਕਵਰ ਵੀ ਕਰ ਸਕਦੇ ਹਾਂ। ਇਟ ਆਲਸੋ ਹੈਲਪਸ ਇਨ ਦੀ ਫਾਸਟਰ ਡਿਵੈਲਪਮੈਂਟ ਆਫ ਨਿਊ ਐਪਲੀਕੇਸ਼ਨ। DBMS ਦੇ ਯੂਜ਼ ਨਾਲ ਐਪਲੀਕੇਸ਼ਨ ਨੂੰ ਡਿਵੈਲਪ ਕਰਨਾ ਕਾਫੀ ਈਜ਼ੀ ਹੈ, ਕਾਫੀ ਜਲਦੀ ਉਹ ਡਿਵੈਲਪ ਹੋ ਸਕਦੀਆਂ ਨੇ। DBMS provide mechanism for concurrency control when same data is used by multiple users। ਜਦੋਂ ਇੱਕੋ ਹੀ ਡਾਟਾ ਆਪਾਂ ਕਾਫੀ ਯੂਜ਼ਰਸ ਨੂੰ ਸ਼ੇਅਰ ਕਰ ਰਹੇ ਹਾਂ ਤਾਂ ਉੱਥੇ ਕੰਕਰੈਂਸੀ ਕੰਟਰੋਲ ਕਾਫੀ ਇੰਪੋਰਟੈਂਟ ਹੋ ਹੁੰਦੀ ਹੈ, ਜਿਹਨੂੰ ਕਿ ਆਪਾਂ DBMS ਦੀ ਹੈਲਪ ਨਾਲ ਈਜ਼ੀਲੀ ਮੈਨੇਜ ਕਰ ਸਕਦੇ। ਸੋ ਇਹ ਸੀ ਆਪਣੀਆਂ ਟਾਈਪਸ ਆਫ ਸਿਸਟਮ ਸੌਫਟਵੇਅਰ, 10 ਟਾਈਪਸ ਨੇ। ਸੋ ਆਈ ਹੋਪ ਕਿ ਇਹ ਸਾਰੀਆਂ ਟਾਈਪਸ ਤੁਹਾਨੂੰ ਚੰਗੀ ਤਰ੍ਹਾਂ ਹੁਣ ਸਮਝ ਆ ਗਈਆਂ ਹੋਣਗੀਆਂ। ਥੈਂਕ ਯੂ।